ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕੀਤੀ ਮੋਦੀ ਦੇ ਦੇਸ਼ ਦੀ ਐਂਡ ਟਰੰਪ ਦੇ ਦੇਸ਼ ਦੀ ਕਿ ਲੋਕਤੰਤਰ ਦਾ ਕੀ ਹਾਲ ਹੋ ਰਿਹਾ, ਤੇ ਹੁਣ ਆਪਾਂ ਅਗਲੇ ਮੁੱਦੇ ਤੇ ਗੱਲਬਾਤ ਕਰਾਂਗੇ ਜੀ ਡਾਕਟਰ ਸਾਹਿਬ। ਦੇਖੋ, ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਆਪਣਾ 6 ਰੋਜ਼ਾ ਦੌਰਾ ਗੁਜਰਾਤ ਸਾਬਰਮਤੀ ਦੇ ਵਿੱਚ ਖਤਮ ਕੀਤਾ ਜੀ। ਔਰ ਜਿਹੜਾ ਖਬਰਾਂ ਦਾ ਮੁੱਖ ਵਿਸ਼ਾ ਹੈ ਕਿ ਜੀ ਉਸਨੇ 3 ਨਾਅਰੇ ਦਿੱਤੇ, ਜੈ ਹਿੰਦ, ਜੈ ਭਾਰਤ, ਜੈ ਇਜ਼ਰਾਈਲ ਜੀ। ਹੁਣ ਮੈਂ ਇਹ ਸੋਚ ਰਿਹਾ ਹਾਂ ਕਿ ਵੀ ਆਲਰੇਡੀ ਭਾਰਤ ਦੇ 2 ਦੇਸ਼ ਬਣ ਗਏ, ਇੱਕ ਭਾਰਤ ਹੈ, ਇੱਕ ਜਿਹੜਾ ਉਹ ਹਿੰਦ ਹੈ। ਜਾਂ ਉਹਨੂੰ ਇਹ ਭੁਲੇਖਾ ਸੀ ਕਿ ਵੀ ਜੇ ਮੈਂ ਜੈ ਭਾਰਤ ਨਾ ਕਿਹਾ ਤੇ ਦੂਜੇ ਨਾਲ ਨਾਰਾਜ਼ ਹੋ ਜਾਣ, ਤੇ ਹਿੰਦ ਨਾ ਕਿਹਾ ਤੇ ਇੱਧਰ ਨਾ, ਵੈਸੇ ਜੈ ਇੰਡੀਆ ਕਹਿਣਾ ਭੁੱਲ ਗਿਆ ਉਹ, ਜੇ ਤਿੰਨਾਂ ਦੀ ਜੈ ਜੈ ਕਰ ਦਿੰਦਾ ਤਾਂ ਚੰਗਾ ਰਹਿਣਾ ਸੀ। ਦੇਖੋ, ਕਈ ਵਾਰ ਜਿਹੜੇ ਝੂਠ ਬੋਲਦੇ ਨੇ ਉਹ ਇਹ ਸਮਝਦੇ ਨੇ ਵੀ ਬਾਕੀ ਸਾਰੇ ਜਾਂ ਗੂੰਗੇ ਨੇ ਜਾਂ ਬੋਲੇ ਨੇ ਜਾਂ ਅੰਨੇ ਨੇ ਜਾਂ ਅਕਲ ਦੇ ਅੰਨੇ ਨੇ, ਜੇ ਵੈਸੇ ਅੰਨੇ ਨਹੀਂ ਨੇ। ਹੁਣ ਆਪਣੀ ਘਰਵਾਲੀ ਸਾਰਾ ਦੇ ਨਾਲ ਨੇਤਨਯਾਹੂ ਹੈ, ਮੋਦੀ ਦੇ ਨਾਲ ਪਤੰਗ ਉਡਾ ਰਿਹਾ ਉਹ ਆਪ, ਤੇ ਉਹਦੀ ਘਰਵਾਲੀ ਤੇ ਉਹ ਜਿਹੜੇ ਉਹਦੇ ਨਾਲ ਚਰਖਾ ਵੀ ਕੱਤ ਰਿਹਾ, ਸਾਬਰਮਤੀ ਆਸ਼ਰਮ 'ਚ ਵੀ ਗਿਆ, ਗਾਂਧੀ ਨੂੰ ਟ੍ਰਿਬਿਊਟ ਦਿੱਤੀ। ਹੁਣ ਪਹਿਲਾਂ ਕੋਈ ਪੁੱਛੇ ਵੀ ਜਿਹੜਾ ਇਹ ਨਾਲ ਖੜਾ ਹੈ ਕਾਤਲ ਮੋਦੀ, ਇਹ ਕਿਹੜੇ ਪਾਸਿਓਂ ਗਾਂਧੀ ਦਾ ਐਡਮਾਇਰਰ ਹੈ? ਇਹ ਤਾਂ ਉਹਨੂੰ ਗੁਰੂ ਮੰਨਦੇ ਨੇ, ਨਥੂਰਾਮ ਗੋਡਸੇ ਨੂੰ, ਜਿਹਦੀ ਸਵਾਹ ਅਜੇ ਰੱਖੀ ਹੋਈ ਆ ਉਹਨਾਂ ਨੇ ਕਿ ਜਦੋਂ ਅਖੰਡ ਭਾਰਤ ਬਣੇਗਾ ਉਦੋਂ ਉਹਨੂੰ ਗੰਗਾ ਦੇ ਵਿੱਚ ਪਾਉਣਾ। ਉਹ ਤਾਂ ਉਹਦਾ ਦਿਨ ਮਨਾਉਂਦੇ ਨੇ। ਗਾਂਧੀ ਨੂੰ ਜਿਹੜਾ ਉਹ ਕਰਸ ਮੰਨਦੇ ਸੀ, ਹਾਲਾਂਕਿ ਅਸੀਂ ਗਾਂਧੀ ਦੇ ਐਡਮਾਇਰਰ ਨਹੀਂ ਹੈ, ਲੇਕਿਨ ਕੁਛ ਤਾਂ ਸ਼ਰਮ ਦੀ ਗੱਲ ਹੋਣੀ ਚਾਹੀਦੀ ਹੈ ਕਿ ਵੀ ਤੁਸੀਂ ਜਿਹੜੇ ਕਾਤਲ ਨੇ ਉਹਨਾਂ ਦੇ ਨਾਲ ਖਲੋ ਕੇ ਕਹਿ ਰਹੇ ਹੋ ਕਿ ਜੀ ਇਹ ਬੜਾ ਜਿਹੜੀ ਹੈ ਬੜੀ ਪੀਸਫੁਲ ਆਈਡੀਓਲੋਜੀ ਹੈ ਜੀ। ਔਰ ਦੂਸਰਾ ਵੱਡਾ ਝੂਠ, ਹੁਣ ਜਦੋਂ ਕਿ ਨੇਤਨਯਾਹੂ ਇਹ ਕਹਿ ਰਿਹਾ ਕਿ ਜੀ ਚਾਈਨਾ ਦਾ ਜਿਹੜਾ ਇਜ਼ਰਾਈਲ ਦਾ ਸ਼ਹਿਰ ਹਾਈਫਾ ਸ਼ਹਿਰ ਦੀ ਆਜ਼ਾਦੀ 'ਚ ਭਾਰਤ ਦੇ ਸੋਲਜਰਸ ਨੇ ਬਹੁਤ ਵੱਡਾ ਯੋਗਦਾਨ ਪਾਇਆ, ਔਰ ਉਹਦੇ 'ਚ ਗੁਜਰਾਤ ਦੇ ਬਹੁਤ ਸਾਰੇ ਸੋਲਜਰ ਸੀ। ਗੁਜਰਾਤੀ ਕਦੋਂ ਫੌਜ 'ਚ ਜਾਣ ਲੱਗ ਗਏ, ਜਾਂ ਕਿਹੜੇ ਗੁਜਰਾਤੀਆਂ ਨੇ ਹਾਈਫਾ 'ਚ ਜਾਂ ਮਿਡਲ ਈਸਟ? ਹਾਂ, ਸਿੱਖ ਗਏ ਨੇ, ਮੁਸਲਮਾਨ ਪੰਜਾਬੀ ਸਨ, ਪਠਾਨ ਸਨ, ਸਿੱਖ ਲੜੇ ਨੇ ਬਗਦਾਦ ਦੇ ਵਿੱਚ, ਜਾਂ ਦੂਜਾ ਪਹਿਲੀ ਸੰਸਾਰ ਜੰਗ ਵੇਲੇ ਵੀ, ਦੂਸਰੇ ਵੇਲੇ ਵੀ। ਇਹ ਗੁਜਰਾਤੀ ਕਦੋਂ ਤੋਂ ਬਹਾਦਰ ਸਿਪਾਹੀ ਬਣ ਗਏ ਜਿਹੜੇ ਮਰ ਗਏ ਹਾਈਫਾ 'ਚ ਜਾ ਕੇ? ਤੁਸੀਂ ਝੂਠ ਦਾ ਕੋਈ ਲੈਵਲ ਹੈ। ਬਿਲਕੁਲ। ਔਰ ਇਸ ਸਾਰੇ ਚੋਂ ਜੋ ਹੀ ਇਹ ਇਧਰ ਸਟੋਰੀ ਚੱਲ ਰਹੀ ਹੈ ਤਾਂ ਕੋਈ ਨਾ ਕੋਈ ਜਿਹੜੇ ਥੋੜੇ ਬਹੁਤ ਕ੍ਰੀਏਟਿਵ ਕਿਸਮ ਦੇ ਨੇ ਜਰਨਲਿਸਟ ਉਹ ਕੁਛ ਨਾ ਕੁਛ ਕੱਢ ਲੈਂਦੇ ਨੇ। ਇੱਕ ਸਟੋਰੀ ਜਿਹੜੀ ਟਾਈਮਜ਼ ਆਫ ਇੰਡੀਆ ਦੇ ਕ੍ਰੈਡਿਟ ਜਾਂਦੀ ਹੈ, ਉਹਨਾਂ ਨੇ ਗੁਜਰਾਤ ਦੇ ਵਿੱਚ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸੋਸ਼ਲ ਸਟੱਡੀਜ਼ ਦੇ ਵਿੱਚ ਟੈਕਸਟ ਬੁੱਕ ਦੇ ਵਿੱਚ ਸੋਸ਼ਲ ਸਟੱਡੀਜ਼ ਦੀ ਕੀ ਪੜ੍ਹਾਇਆ ਜਾਂਦਾ ਹੈ, ਉਹ ਜੇ ਉਹਦਾ ਤਰਜਮਾ ਕਰਕੇ, ਉਹ ਅੰਗਰੇਜ਼ੀ ਤਾਂ ਆਉਂਦੀ ਹੈ ਇਹਨੂੰ ਵੀ, ਨੇਤਨਯਾਹੂ ਨੂੰ ਵੀ, ਪਰ ਜੇ ਉਹਨੂੰ ਹਿਬਰੀਓ ਦੇ ਵਿੱਚ ਹੀ ਤਰਜਮਾ ਕਰਕੇ ਦੱਸ ਦੇਣ। ਔਰ ਇਹ ਸਟੋਰੀ ਦੀ ਖਬਰ ਹੀ ਹੈ, ਜਿਹੜੀ ਹੈਡਲਾਈਨ ਹੈ, ਮੋਦੀਜ਼ ਗੁਜਰਾਤ, ਇਨ ਮੋਦੀਜ਼ ਗੁਜਰਾਤ ਹਿਟਲਰ ਇਜ਼ ਏ ਟੈਕਸਟ ਬੁੱਕ ਹੀਰੋ। ਹੁਣ ਜਦੋਂ ਇਹ ਕਹਿੰਦੇ ਨੇ, ਉੱਥੇ ਵੀ ਇਹ ਦੁਬਾਰਾ ਰਿਪੀਟ ਕੀਤਾ ਨੇਤਨਯਾਹੂ ਨੇ ਕਿ ਜੀ ਸਾਡੀ ਜੋੜੀ ਜਿਹੜੀ ਹੈ ਉਹ ਸਵਰਗਾਂ 'ਚ ਬਣੀ ਹੈ, ਇੰਡੀਆ ਔਰ ਇਜ਼ਰਾਈਲ ਦੀ। ਤੇ ਜਿਸ ਗੁਜਰਾਤ ਨੂੰ ਚੇਚਾ ਉਹਨੇ ਇੱਕ ਦਿਨ ਦਿੱਤਾ ਕਿ ਜੀ ਮੋਦੀ ਜਦੋਂ ਇਹ ਚੀਫ ਮਿਨਿਸਟਰ ਸੀ ਉਦੋਂ ਵੀ ਆਉਂਦਾ ਸੀ, ਬਹੁਤ ਕ੍ਰੀਏਟਿਵ ਆਈਡੀਆ ਨੇ, ਇਹ ਇੱਕ ਆਈਪੌਡ ਹੁੰਦਾ ਹੈ, ਇੱਕ ਆਈਪੈਡ ਹੁੰਦਾ ਹੈ, ਹੁਣ ਆਈਸੋਕ੍ਰੈਟ ਦਾ ਉਦਘਾਟਨ ਕੀਤਾ, ਇਹ ਲੋਕ ਯਾਦ ਕਰਿਆ ਕਰਨਗੇ। ਪਰ ਇਸ ਜੋੜੀ ਨੂੰ ਉਸ ਗੁਜਰਾਤ ਜਿੱਥੇ ਖੜਾ ਹੈ, ਉਸ ਗੁਜਰਾਤ ਦੀਆਂ ਟੈਕਸਟ ਬੁੱਕਸ ਦੇ ਵਿੱਚ 10ਵੀਂ ਦੇ ਵਿਦਿਆਰਥੀ ਕੀ ਪੜ੍ਹ ਰਹੇ ਨੇ? ਗਾਂਧੀ ਇਜ਼ ਨਾਟ ਸੋ ਗ੍ਰੇਟ ਬਟ ਹਿਟਲਰ ਇਜ਼। ਕਿ ਗਾਂਧੀ ਕੋਈ ਵੱਡਾ ਨਹੀਂ ਹੈ, ਹਿਟਲਰ ਬਹੁਤ ਵੱਡਾ ਹੈ। ਇਹ ਗੁਜਰਾਤ ਦੀਆਂ, ਜਿਹਨੂੰ ਇਹ ਕਹਿ ਰਿਹਾ ਜੀ ਜੋੜੀ ਸਵਰਗਾਂ 'ਚ ਬਣੀ ਹੈ। ਵੈਲਕਮ ਟੂ ਹਾਈ ਸਕੂਲ ਐਜੂਕੇਸ਼ਨ ਇਨ ਨਰਿੰਦਰ ਮੋਦੀਜ਼ ਗੁਜਰਾਤ ਵੇਅਰ ਆਥਰਸ ਆਫ ਸੋਸ਼ਲ ਸਟੱਡੀਜ਼ ਟੈਕਸਟ ਬੁੱਕਸ published by Gujarat State Board of School Textbooks have found faults with the freedom movement and glorified fascism and Nazism. Fascism ਮੁਸੋਲਨੀ ਦਾ ਸੀ ਇਟਲੀ 'ਚ, ਉਸ ਕਿਸਮ ਦਾ ਹੀ ਨਾਜ਼ੀਜ਼ਮ ਵਰਗਾ, ਪਰ ਇੱਕ ਵੱਖਰੀ ਵਿਚਾਰਧਾਰਾ। While a class 8 student is taught negative aspects of Gandhi's non-cooperation movement, 8ਵੀਂ ਵਾਲੇ ਨੂੰ ਪੜ੍ਹਾਇਆ ਜਾ ਰਿਹਾ ਵੀ ਇਹ ਕੀ ਕਮਜ਼ੋਰੀਆਂ ਸੀ ਗਾਂਧੀ ਦੇ ਅਸਹਿਯੋਗ ਅੰਦੋਲਨ, ਕਿਉਂਕਿ ਉਦੋਂ RSS ਅੰਗਰੇਜ਼ਾਂ ਨਾਲ ਰਲਿਆ ਹੋਇਆ ਸੀ। ਥਰੂ ਆਊਟ ਦਾ ਪੀਰੀਅਡ RSS ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਅੰਗਰੇਜ਼ਾਂ ਦੇ ਖਿਲਾਫ
ਲੜਾਈ ਦੇ ਵਿੱਚ, ਕਿਉਂਕਿ ਇਹ ਤਾਂ ਅੰਗਰੇਜ਼ਾਂ ਦੇ ਕੁੱਤੇ ਬਣੇ ਹੋਏ ਸੀ ਜੀ ਜੀ ਲੇਕਿਨ ਔਰ ਉਹਦੇ 'ਚ ਹੁਣ ਫਾਲਟ ਲੱਭ ਰਹੇ ਨੇ। ਔਰ ਕਲਾਸ 10 ਸੋਸ਼ਲ ਸਟੱਡੀਜ਼ ਟੈਕਸਟ ਬੁੱਕਸ ਹੈਜ਼ ਚੈਪਟਰਸ ਔਨ ਹਿਟਲਰ ਦਾ ਸੁਪਰੀਮੋ, ਇਹ ਚੈਪਟਰ ਦੇ ਹੈਡਲਾਈਨ ਨੇ 10ਵੀਂ ਦੇ ਸਟੂਡੈਂਟ, ਹਿਟਲਰ ਦਾ ਸੁਪਰੀਮੋ ਸਭ ਤੋਂ ਉੱਚਾ। ਫਿਰ ਚੈਪਟਰ ਹੈ ਇੰਟਰਨਲ ਅਚੀਵਮੈਂਟਸ ਆਫ ਨਾਜ਼ੀਜ਼ਮ, ਕਿ ਨਾਜ਼ੀਜ਼ਮ ਦੀਆਂ ਕੀ ਅੰਦਰੂਨੀ ਪ੍ਰਾਪਤੀਆਂ ਨੇ। ਹੁਣ ਇਹ ਗੱਲ ਗਲਤ ਨਹੀਂ ਹੈ ਜੋ ਮੋਦੀ ਐਂਡ ਕੰਪਨੀ ਉੱਥੇ ਕਰ ਰਹੇ ਨੇ, ਕਿਉਂਕਿ ਜਿਹੜਾ RSS ਦਾ ਜਨਮ ਹੀ ਨਾਜ਼ੀਆਂ 'ਚੋਂ ਹੋਇਆ। ਗੋਲਵਲਕਰ ਇੰਨਾ ਪ੍ਰਭਾਵਿਤ ਸੀ ਉਹਨਾਂ ਤੋਂ, ਜਦੋਂ ਤੱਕ 1930 'ਚ ਹਿਟਲਰ ਨੇ ਸਿਵਲ ਲਿਬਰਟੇਰੀਅਨ, ਟ੍ਰੇਡ ਯੂਨੀਅਨਿਸਟ, ਯਹੂਦੀ, ਜਿਪਸੀ ਮਾਰਨੇ ਸ਼ੁਰੂ ਕੀਤੇ। ਉਹਨਾਂ ਦਾ ਕਿਹਾ ਵੀ ਆਹੀ ਹੱਲ ਹੈ ਅਕਲੀਅਤਾਂ ਨਾਲ ਡੀਲ ਕਰਨ ਦਾ, ਇਹੀ ਹੱਲ ਹੈ। ਔਰ ਸਾਰੀ ਇਹਨਾਂ ਦੀ ਡਰੈਸ, ਇਹਨਾਂ RSS ਦਾ, ਇਹਨਾਂ ਦਾ ਨੈਸ਼ਨਲਿਜ਼ਮ, ਇਹਨਾਂ ਦੀ ਟ੍ਰੇਨਿੰਗ ਹਥਿਆਰਬੰਦ, ਇਹਨਾਂ ਦਾ ਸਾਰਾ ਸਿਸਟਮ। ਔਰ ਹਿਟਲਰ ਇੰਨਾ ਪ੍ਰਭਾਵਿਤ ਸੀ ਸਾਰੀ ਇਸ ਬ੍ਰਾਹਮਣਵਾਦ ਦੀ ਆਈਡੀਓਲੋਜੀ ਤੋਂ ਕਿ ਬਰਲਿਨ ਦੇ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਖੋਲ੍ਹੀ ਸੀ ਉਹਨੇ ਜੀ, ਕਿ ਵੀ ਇਹ ਵੇਦ ਓਰੀਜਨਲ ਜਿਹੜੇ ਨੇ ਉਹਨਾਂ ਦੀ ਸਟੱਡੀ ਸੰਸਕ੍ਰਿਤ ਦੇ ਵਿੱਚ ਹੋਏ। ਫਿਰ ਇਹ ਜਿਹੜਾ ਹੁਣ ਦਾ ਕਲਾਸ 10 ਬੁੱਕਸ ਪ੍ਰੈਜ਼ੈਂਟਸ ਏ ਫਰਾਈਟਨਿੰਗ ਅਨਕ੍ਰਿਟੀਕਲ ਪਿਕਚਰ ਆਫ ਫਾਸ਼ਿਜ਼ਮ ਐਂਡ ਨਾਜ਼ੀਜ਼ਮ। ਇਹ ਕੀ ਕਹਿ ਰਹੇ ਨੇ? The strong national pride that both these phenomena generated, the efficiency in the bureaucracy and the administration and other achievements are detailed. ਉਹਨਾਂ ਚੈਪਟਰ ਦੇ ਵਿੱਚ ਡੀਟੇਲ 'ਚ ਦੱਸਿਆ ਕਿ ਨਾਜ਼ੀਆਂ ਦੇ ਥੱਲੇ ਜਰਮਨ ਨੇ ਕਿਵੇਂ ਤਰੱਕੀ ਕੀਤੀ, ਕਿਵੇਂ ਹਰ ਚੀਜ਼ ਟਾਈਮ ਸਿਰ ਹੁੰਦੀ ਸੀ, ਕੀ ਉਹਨਾਂ ਦੀਆਂ ਪ੍ਰਾਪਤੀਆਂ ਨੇ। ਪਰ ਜਿਹੜੇ ਪ੍ਰੋਗਰਾਮ ਨੇ ਯੂਜ਼ ਦੇ ਖਿਲਾਫ ਜਾਂ ਦੂਸਰਿਆਂ ਦੇ ਟ੍ਰੇਡ ਯੂਨੀਅਨਿਸਟ ਔਰ ਦੂਜਿਆਂ ਦੇ, ਉਹਨੂੰ ਕਿਤੇ ਵੀ ਜਿਹੜਾ ਹੈ ਉਹ ਨਹੀਂ ਦਰਸਾਇਆ ਗਿਆ। ਦੇ ਕਮਿਟਡ ਦਾ gruesome and inhuman acts of suffocating 60 lakh Jews in gas chambers is all the book authored by panel mentors of the Holocaust। ਕਿ ਵੀ ਇੱਕ ਪਾਸੇ ਇਸ ਲੈਵਲ ਦੀ ਹੋਲੋਕਾਸਟ ਹੈ ਜੀ, ਉਸ ਨੂੰ ਇੱਕ ਲਾਈਨ ਦੇ ਵਿੱਚ ਡਿਸਮਿਸ ਕਰ ਦਿੱਤਾ ਗਿਆ, ਪਰ ਜਿਹੜੇ ਫੁੱਲ ਫਲੈਜ ਚੈਪਟਰ ਨੇ ਦਾ ਸੈਕਸ਼ਨ ਔਨ ਆਈਡੀਓਲੋਜੀ ਆਫ ਨਾਜ਼ੀਜ਼ਮ, ਹੁਣ ਨਾਜ਼ੀਜ਼ਮ ਦੀ ਵਿਚਾਰਧਾਰਾ ਦੇ ਉੱਤੇ ਚੈਪਟਰ ਉਹਦੇ 'ਚ ਹੈ। ਹਿਟਲਰ ਲੈਂਟ ਡਿਗਨਿਟੀ ਐਂਡ ਪ੍ਰੈਸਟੀਜ ਟੂ ਦਾ ਜਰਮਨ ਗਵਰਨਮੈਂਟ, ਕਿ ਹਿਟਲਰ ਦੇ ਆਉਣ ਨਾਲ ਜਰਮਨ ਸਰਕਾਰ ਦਾ ਸਤਿਕਾਰ ਵਧਿਆ, ਉਹਨੇ ਉਹਨੂੰ ਮਾਣ ਦਿੱਤਾ ਜਰਮਨ ਗਵਰਨਮੈਂਟ ਨੂੰ। ਵਿਦਿਨ ਏ ਸ਼ਾਰਟ ਟਾਈਮ ਬਾਈ ਐਸਟੈਬਲਿਸ਼ਿੰਗ ਏ ਸਟਰੋਂਗ ਐਡਮਿਨਿਸਟ੍ਰੇਟਿਵ ਸੈਟਅਪ, ਕਿ ਬੜੇ ਥੋੜੇ ਟਾਈਮ ਦੇ ਵਿੱਚ ਬੜਾ ਜ਼ਬਰਦਸਤ ਪ੍ਰਬੰਧਕੀ ਨਿਜ਼ਾਮ ਨਾਜ਼ੀਆਂ ਨੇ ਕ੍ਰੀਏਟ ਕੀਤਾ। ਹੀ ਕ੍ਰੀਏਟਡ ਦਾ ਵਾਸਟ ਸਟੇਟ ਆਫ ਗ੍ਰੇਟਰ ਜਰਮਨੀ। ਹੁਣ ਜੇ ਉਹ ਬਾਕੀ ਕੰਟਰੀਜ਼ ਨੂੰ ਫਤਿਹ ਕਰ ਰਿਹਾ ਹੈ, ਉਹਨਾਂ ਨੂੰ ਧੱਕੇ ਨਾਲ, ਉਹ ਪੋਲੈਂਡ ਹੋਏ, ਦੂਜਾ ਹੋਏ ਨਿੱਕਾ ਜਿਹਾ ਮੁਲਕ ਜਿਹੜਾ ਉਹਦੇ ਨਾਲ ਲੱਗਦਾ ਸੀ, ਉਸ ਨੂੰ ਉਹਨੇ ਕਿਵੇਂ ਇੱਕ ਇੱਕ ਕਰਕੇ ਉਹਨੇ ਸਾਰੇ ਸਮਝੌਤੇ ਚੈਂਬਰਲੇਨ ਨਾਲ ਜਿਹੜਾ ਕੀਤਾ ਸੀ ਉਹਦੀਆਂ ਧੱਜੀਆਂ ਉਡਾਈਆਂ ਜੀ। ਔਰ ਉਹਨੂੰ ਉਹ ਕਹਿ ਰਿਹਾ ਕਿ ਇਹ ਉਹਨੇ ਬੜੀ ਵਿਸ਼ਾਲ ਜਿਹੜੀ ਹੈ ਜਰਮਨ ਸਟੇਟ ਐਸਟੈਬਲਿਸ਼ ਕੀਤੀ। ਹੀ ਅਡਾਪਟਡ ਦਾ ਪਾਲਿਸੀ ਆਫ ਆਪੋਜੀਸ਼ਨ ਟੁਵਰਡਸ ਦਾ ਜੂਇਸ਼ ਪੀਪਲ and advocated the supremacy of German race. ਉਹਨੇ ਜਰਮਨ ਰੇਸ ਦੀ ਸੁਪਰੀਓਰਿਟੀ ਦੀ। he adopted a new economic policy and brought prosperity to Germany। ਇਹ ਅੱਜ ਜਦੋਂ ਕਿ ਅਮਰੀਕਾ 'ਚ ਵੀ ਤੁਸੀਂ ਜਰਮਨੀ ਨਾਜ਼ੀਆਂ ਦੀ ਤਾਰੀਫ ਕਰੋ, ਇੱਥੇ ਵੀ ਕੇਸ ਬਣਦੇ, ਹਾਲਾਂਕਿ ਫਰੀडम ਆਫ ਐਕਸਪ੍ਰੈਸ਼ਨ ਹੈ, ਫਸਟ ਅਮੈਂਡਮੈਂਟ ਹੈ। ਫਰਾਂਸ ਦੇ ਵਿੱਚ ਜੇਲ੍ਹ ਹੁੰਦੀ ਹੈ, ਲੇਕਿਨ ਇੰਡੀਆ ਦੇ ਗੁਜਰਾਤ ਸਟੇਟ ਜਿੱਥੇ ਨੇਤਾਨਯਾਹੂ ਖੜਾ ਤੇ ਜੋੜੀ ਹੈਵਨ 'ਚ ਬਣੀ ਕਹਿ ਰਿਹਾ, ਉੱਥੋਂ ਦੀ ਟੈਕਸਟ ਬੁੱਕ 10ਵੀਂ ਦੇ ਸਟੂਡੈਂਟ ਜਿਹੜੇ ਨੇ ਉਹ ਪੜ੍ਹ ਰਹੇ ਨੇ ਕਿ ਕਿੰਨਾ ਨਾਜ਼ੀਜ਼ਮ ਗ੍ਰੇਟ ਸੀ, ਕਿੰਨੀ ਜਰਮਨੀ ਨੇ ਤਰੱਕੀ ਕੀਤੀ, ਕਿੰਨੀ ਵੱਡੀ ਜਰਮਨ ਸਟੇਟ ਬਣੀ। ਉਹਨੇ ਨਿਊ ਇਕਨੋਮਿਕਲ ਪਾਲਿਸੀ ਲਿਆਂਦੀ ਜਿਹਨੇ ਕਿ ਪ੍ਰੋਸਪੈਰਿਟੀ ਲਿਆਂਦੀ। ਫਿਰ ਹੀ ਬਿਗੇਨ ਐਫਰਟਸ ਫॉर ਦਾ ਐਰੈਡੀਕੇਸ਼ਨ ਆਫ ਅਨਇੰਪਲੋਇਮੈਂਟ, ਕਿ ਹਿਟਲਰ ਨੇ ਜਿਹੜੀ ਹੈ ਬੇਰੁਜ਼ਗਾਰੀ ਖਤਮ ਕੀਤੀ। ਹੀ ਸਟਾਰਟਡ ਕੰਸਟਰਕਟਿੰਗ ਪਬਲਿਕ ਬਿਲਡਿੰਗਸ, ਪ੍ਰੋਵਾਈਡਿੰਗ ਇਰੀਗੇਸ਼ਨ ਫੈਸਿਲਿਟੀਜ਼, building railways, roads and productions of war material, कि उन्हें तरक्की, सड़कां, पुल, irrigation, सिंचाई, railway और war material. He made untiring efforts to make Germany self-reliant within 1 decade, कि उन्हें 10 साल ਦੇ ਵਿੱਚ ਜਰਮਨੀ ਨੂੰ ਆਪਣੇ ਪੈਰਾਂ ਦੇ ਉੱਤੇ ਖੜੇ ਕਰ ਦਿੱਤਾ ਹੈ। ਉਹਨੇ ਜਿਹੜੀ ਹੈ ਟ੍ਰੀਟੀ ਆਫ ਵਰਸੇਲਸ ਉਹ ਖਾਰਜ ਕਰਕੇ ਜਿਹਦੇ ਥੱਲੇ ਉਹਨੂੰ ਫਸਟ ਵਰਲਡ ਵਾਰ 'ਚ ਸ਼ਮੂਲੀਅਤ ਲਈ ਜਰਮਨੀ ਨੂੰ ਹਰਜਾਨਾ ਦੇਣਾ ਪੈਂਦਾ ਸੀ, ਉਹਨੇ ਕਿਹਾ ਇਹ ਪੀਸ ਆਫ ਪੇਪਰ ਹੈ ਐਂਡ ਸਟਾਪਡ ਪੇਇੰਗ ਦਾ ਵਾਰ ਪੈਨਲਟੀ। ਹੀ ਇਨਸਟਿਲਡ ਦਾ ਸਪਿਰਿਟ ਆਫ ਐਡਵੈਂਚਰ ਇਨ ਦਾ ਕਾਮਨ ਪੀਪਲ, ਉਹਨੇ ਆਮ ਲੋਕਾਂ ਦੇ ਵਿੱਚ ਸਪਿਰਿਟ ਆਫ ਐਡਵੈਂਚਰ ਭਰ ਦਿੱਤੀ। ਹੁਣ
ਜੇ ਇਹ ਸਟੂਡੈਂਟ ਪੜ੍ਹਦੇ ਨੇ ਤੇ ਜੋ ਕੁਝ ਫੇਰ ਮੋਦੀ ਕਰ, ਕਿਉਂਕਿ ਆਰਐਸਐਸ ਦੀ ਨੁਮਾਇੰਦਗੀ ਕਰਦਾ ਔਰ ਇਹੀ ਆਰਐਸਐਸ ਦੀ ਆਈਡੀਓਲੋਜੀ ਜਿਹੜੀ ਨਾਜ਼ੀਆਂ ਨੇ ਇੰਪਲੀਮੈਂਟ ਕੀਤੀ ਉਹ ਇੰਪਲੀਮੈਂਟ ਕਰ ਰਹੇ ਨੇ। ਸੋ ਇਹਨੂੰ ਕਹਿੰਦੇ ਨੇ ਬ੍ਰੇਨ ਵਾਸ਼ਿੰਗ। ਜੀ ਜੀ, ਉਹ ਸਟੂਡੈਂਟਸ ਨੂੰ ਤਿਆਰ ਕਰ ਰਹੇ ਨੇ ਕਿ ਜਿਵੇਂ ਨਾਜ਼ੀਆਂ ਨੇ ਜਿਹੜਾ ਤਾਕਤ ਹਾਸਲ ਕਰਕੇ ਜਿਵੇਂ ਸਫਾਈ ਕੀਤੀ ਬਾਕੀ ਅਕਲੀਅਤਾਂ ਦੀ, ਆਰਐਸਐਸ ਬਿਲਕੁਲ ਉਸੇ ਲਾਈਨ ਤੇ ਚੱਲ ਰਿਹਾ। ਹੁਣ ਜੇ ਨੇਤਨਯਾਹੂ 'ਚ ਮਾੜੀ ਮੋਟੀ ਕੋਈ ਸ਼ਰਮ ਹੈ ਜਾਂ ਉਹਨੇ ਕਦੇ ਫਿਊਚਰ 'ਚ ਉਸ ਕਰਜ਼ ਤੋਂ ਬਚਣਾ ਤੇ ਘੱਟੋ ਘੱਟ ਇਹ ਕਿਤਾਬ ਹੀ ਪੜ੍ਹਨ ਤੋਂ ਬਾਅਦ ਇਸ ਕਿਸਮ ਦੀਆਂ ਠੀਕ ਹੈ ਹਥਿਆਰ ਵੇਚਣੇ ਨੇ, ਇਹਨਾਂ ਨੂੰ ਵੇਚੋ, ਪੈਸੇ ਬਣਾਉਣੇ ਨੇ, ਜੋ ਤੁਹਾਡਾ ਕੰਮ ਹੈ ਕਰਦੇ ਆਏ ਹੋ ਸਦੀਆਂ ਤੋਂ ਕਰੋ, ਪਰ ਇਦਾਂ ਦਾ ਝੂਠ ਨਾ ਬੋਲੋ ਇੰਨਾ ਵੱਡਾ ਕਿ ਜਿਹੜਾ ਕਿ ਸਾਹਮਣੇ ਤੁਹਾਨੂੰ ਝੁਠਲਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਥੱਲੇ ਨਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਨਾ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।